हेलो क्लास 9। आज ਆਪਾਂ ਕਰਾਂਗੇ ਲੈਸਨ 2 ਪਲਾਂਟਸ ਆਲਸੋ ਬਰੀਥ ਐਂਡ ਫੀਲ। ਪੌਦੇ ਵੀ ਸਾਹ ਲੈਂਦੇ ਹਨ ਅਤੇ ਮਹਿਸੂਸ ਕਰਦੇ ਹਨ। All of us know that plants have life, but how many of us know that they have hearts, can feel and see? ਅਸੀਂ ਸਾਰੇ ਜਾਣਦੇ ਹਾਂ ਕਿ ਪੌਦਿਆਂ ਵਿੱਚ ਜੀਵਨ ਹੈ, ਪਰ ਸਾਡੇ ਵਿੱਚੋਂ ਕਿੰਨੇ ਲੋਕ ਜਾਣਦੇ ਹਨ ਕਿ ਉਹਨਾਂ ਕੋਲ ਦਿਲ ਹਨ ਅਤੇ ਉਹ ਮਹਿਸੂਸ ਕਰ ਸਕਦੇ ਹਨ ਅਤੇ ਦੇਖ ਵੀ ਸਕਦੇ ਹਨ। This extract tell us something about the scientist who made this dramatic discovery. ਇਹ ਐਬਸਟਰੈਕਟ ਸਾਨੂੰ ਉਸ ਵਿਗਿਆਨੀ ਬਾਰੇ ਕੁਝ ਦੱਸਦਾ ਹੈ ਜਿਸ ਨੇ ਇਹ ਨਾਟਕੀ ਖੋਜ ਕੀਤੀ ਸੀ। ਇੱਥੇ ਐਬਸਟਰੈਕਟ ਦਾ ਮਤਲਬ ਹੁੰਦਾ ਹੈ ਇੱਕ ਕਿਤਾਬ ਜਾਂ ਲੇਖ ਤੋਂ ਲਿਆ ਗਿਆ ਇੱਕ ਹਵਾਲਾ, ਅਤੇ ਡਰਾਮੈਟਿਕ ਦਾ ਮਤਲਬ ਡਰਾਮਾ ਜਾਂ ਨਾਟਕ ਨਹੀਂ ਹੁੰਦਾ, ਬਲਕਿ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਬਿਹਤਰ ਲਈ ਵੱਡੀਆਂ ਤਬਦੀਲੀਆਂ ਕਰ ਰਿਹਾ ਹੈ। It was an event that surprised the scientific world. ਇਹ ਇੱਕ ਅਜਿਹੀ ਘਟਨਾ ਸੀ ਜਿਸ ਨੇ ਵਿਗਿਆਨਿਕ ਸੰਸਾਰ ਨੂੰ ਹੈਰਾਨ ਕਰ ਦਿੱਤਾ ਸੀ। It was an undreamt of thing. ਇਹ ਉਹ ਚੀਜ਼ ਸੀ ਜਿਸ ਦਾ ਸੁਪਨਾ ਵੀ ਨਹੀਂ ਕੀਤਾ ਜਾ ਸਕਦਾ ਸੀ। Here was a man who had built a unique instrument, an instrument that could measure the growth of plants. ਇੱਥੇ ਇੱਕ ਆਦਮੀ ਸੀ ਜਿਸ ਨੇ ਇੱਕ ਵਿਲੱਖਣ ਜੰਤਰ ਬਣਾਇਆ ਸੀ, ਇੱਕ ਅਜਿਹਾ ਸਾਧਨ ਜੋ ਪੌਦਿਆਂ ਦੇ ਵਾਧੇ ਨੂੰ ਮਾਪ ਸਕਦਾ ਸੀ। Here was a man who had proved with this wonderful machine that plants have hearts and can feel. ਇੱਥੇ ਇੱਕ ਆਦਮੀ ਸੀ ਜਿਸ ਨੇ ਇਹ ਸ਼ਾਨਦਾਰ ਮਸ਼ੀਨ ਨਾਲ ਸਾਬਤ ਕੀਤਾ ਸੀ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਉਹ ਮਹਿਸੂਸ ਕਰ ਸਕਦੇ ਹਨ। The machine showed that plants have sight and a sense which tells them that a stranger is approaching. ਮਸ਼ੀਨ ਨੇ ਦਿਖਾਇਆ ਕਿ ਪੌਦਿਆਂ ਦੀ ਨਜ਼ਰ ਅਤੇ ਸੂਝ ਹੁੰਦੀ ਹੈ ਜੋ ਉਹਨਾਂ ਨੂੰ ਦੱਸਦੀ ਹੈ ਕਿ ਕੋਈ ਅਜਨਬੀ ਉਹਨਾਂ ਦੇ ਨੇੜੇ ਆ ਰਿਹਾ ਹੈ। Your instrument is a wonderful thing, said the great man who had come to the Paris Congress of Science 1900. ਤੁਹਾਡਾ ਜੰਤਰ ਇੱਕ ਸ਼ਾਨਦਾਰ ਚੀਜ਼ ਹੈ, ਮਹਾਨ ਪੁਰਸ਼ਾਂ ਨੇ ਕਿਹਾ ਜੋ 1900 ਦੀ ਵਿਗਿਆਨ ਦੀ ਪੈਰਿਸ ਕਾਨਫਰੰਸ ਵਿੱਚ ਆਏ ਸਨ। They were amazed as the inventor showed them how to use the machine. ਉਹ ਹੈਰਾਨ ਸਨ ਜਦੋਂ ਖੋਜਕਰਤਾ ਨੇ ਉਹਨਾਂ ਨੂੰ ਮਸ਼ੀਨ ਦੀ ਵਰਤੋਂ ਦਿਖਾਈ। What do you call this instrument? They asked. ਉਹਨਾਂ ਨੇ ਪੁੱਛਿਆ ਕਿ ਤੁਸੀਂ ਇਸ ਸਾਧਨ ਨੂੰ ਕੀ ਕਹਿੰਦੇ ਹੋ? A crescograph, replied Jagdish Chandra Bose, the great scientist who had built this wonderful machine. ਇਸ ਸ਼ਾਨਦਾਰ ਮਸ਼ੀਨ ਨੂੰ ਬਣਾਉਣ ਵਾਲੇ ਮਹਾਨ ਵਿਗਿਆਨੀ ਜਗਦੀਸ਼ ਚੰਦਰ ਬੋਸ ਨੇ ਜਵਾਬ ਦਿੱਤਾ ਕਿ ਇਸ ਮਸ਼ੀਨ ਨੂੰ ਆਪਾਂ ਕੈਸਕੋਗ੍ਰਾਫ ਕਹਿੰਦੇ ਹਾਂ। Where was it made? The scientist asked. ਵਿਗਿਆਨੀਆਂ ਨੇ ਉਸ ਨੂੰ ਪੁੱਛਾ ਕਿ ਇਹ ਕਿੱਥੇ ਬਣਾਇਆ ਗਿਆ ਸੀ। In India was the answer. ਜਵਾਬ ਸੀ ਭਾਰਤ ਵਿੱਚ। The reply caused great surprise. ਜਵਾਬ ਨੇ ਬਹੁਤ ਹੈਰਾਨੀ ਪੈਦਾ ਕੀਤੀ। India in the 19th century was well known for its greatness in the field of fine arts, literature and philosophy. 19ਵੀਂ ਸਦੀ ਵਿੱਚ ਭਾਰਤ ਲਲਿਤ ਕਲਾ, ਸਾਹਿਤ ਅਤੇ ਦਰਸ਼ਨ ਦੇ ਖੇਤਰ ਵਿੱਚ ਆਪਣੀ ਮਹਾਨਤਾ ਲਈ ਮਸ਼ਹੂਰ ਸੀ। But in the field of science, it had not progressed much. ਪਰ ਵਿਗਿਆਨ ਦੇ ਖੇਤਰ ਵਿੱਚ ਭਾਰਤ ਨੇ ਬਹੁਤ ਹੀ ਤਰੱਕੀ ਨਹੀਂ ਕੀਤੀ ਸੀ। Sir Jagdish Chandra Bose, with his invention, made a name for himself and his country in the scientific world. ਸਰ ਜਗਦੀਸ਼ ਚੰਦਰ ਬੋਸ ਨੇ ਆਪਣੀ ਕਾਢ ਨਾਲ ਵਿਗਿਆਨਕ ਜਗਤ ਵਿੱਚ ਆਪਣਾ ਅਤੇ ਆਪਣੇ ਦੇਸ਼ ਲਈ ਨਾਮ ਕਮਾਇਆ। Bose was born in 1858 in a village in Bengal. ਬੋਸ ਦਾ ਜਨਮ 1858 ਵਿੱਚ ਬੰਗਾਲ ਦੇ ਇੱਕ ਪਿੰਡ ਵਿੱਚ ਹੋਇਆ ਸੀ। After studying physics at Calcutta University, he went to England for further studies. ਕਲਕੱਤਾ ਯੂਨੀਵਰਸਿਟੀ ਤੋਂ ਭੌਤਿਕ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਅਗਲੇਰੀ ਪੜ੍ਹਾਈ ਲਈ ਇੰਗਲੈਂਡ ਚਲਾ ਗਿਆ। He graduated from Cambridge, then returned to India. ਉਸ ਨੇ ਕੈਂਬਰਿਜ ਤੋਂ ਗ੍ਰੈਜੂਏਸ਼ਨ ਕੀਤੀ, ਫਿਰ ਭਾਰਤ ਵਾਪਸ ਪਰਤ ਆਇਆ and was appointed professor of physics
ਪ੍ਰੈਸੀਡੈਂਸੀ ਕਾਲਜ ਇਨ ਕੈਲਕਟਾ ਅਤੇ ਕਲਕੱਤਾ ਦੇ ਪ੍ਰੈਸੀਡੈਂਸੀ ਕਾਲਜ ਵਿੱਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। A 3 year struggle began between Bose and the government, in which he was victorious. ਬੋਸ ਅਤੇ ਸਰਕਾਰ ਵਿਚਕਾਰ 3 ਸਾਲ ਦਾ ਸੰਘਰਸ਼ ਸ਼ੁਰੂ ਹੋਇਆ, ਜਿਸ ਵਿੱਚ ਉਹ ਜੇਤੂ ਰਿਹਾ। An Indian in those days of British rule usually received two-thirds of the salary paid to a European professor. ਇੱਕ ਭਾਰਤੀ ਬ੍ਰਿਟਿਸ਼ ਸ਼ਾਸਨ ਦੇ ਉਹਨਾਂ ਦਿਨਾਂ ਵਿੱਚ ਆਮ ਤੌਰ 'ਤੇ ਇੱਕ ਯੂਰੋਪੀਅਨ ਪ੍ਰੋਫੈਸਰ ਨੂੰ ਦਿੱਤੀ ਜਾਂਦੀ ਤਨਖਾਹ ਦਾ 2/3 ਹਿੱਸਾ ਹੀ ਪ੍ਰਾਪਤ ਕਰਦਾ ਸੀ। Bose's appointment was a temporary one, so he was given only half the rate of a European. ਬੋਸ ਦੀ ਨੌਕਰੀ ਇੱਕ ਅਸਥਾਈ ਸੀ, ਇਸ ਲਈ ਉਸ ਨੂੰ ਯੂਰੋਪੀਅਨ ਦੇ ਮੁਕਾਬਲੇ ਸਿਰਫ ਅੱਧੀ ਸੈਲਰੀ ਦਿੱਤੀ ਜਾਂਦੀ ਸੀ। ਬੋਸ was not the man to take this quietly. ਬੋਸ ਇਸ ਨੂੰ ਚੁੱਪਚਾਪ ਲੈਣ ਵਾਲਾ ਆਦਮੀ ਨਹੀਂ ਸੀ। He felt that people who did the same amount of work and same kind of work should be paid the same salary whatever race or nation they belong to. ਉਹ ਮਹਿਸੂਸ ਕਰਦਾ ਸੀ ਕਿ ਜਿਹੜੇ ਲੋਕ ਇੱਕੋ ਮਾਤਰਾ ਜਾਂ ਸਮਾਨ ਕਿਸਮ ਦਾ ਕੰਮ ਕਰਦੇ ਹਨ, ਉਹਨਾਂ ਨੂੰ ਇੱਕੋ ਜਿਹੀ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ, ਭਾਵੇਂ ਉਹ ਕਿਸੇ ਵੀ ਜਾਤ ਜਾਂ ਕੌਮ ਨਾਲ ਸੰਬੰਧਿਤ ਹੋਣ। It is worth remembering that discoveries do not come from the faithful followers and the yes men of science. ਇਹ ਯਾਦ ਰੱਖਣ ਯੋਗ ਹੈ ਕਿ ਖੋਜਾਂ ਵਫਾਦਾਰ ਪੈਰਾਕਾਰਾਂ ਅਤੇ ਹਾਂ ਵਿੱਚ ਹਾਂ ਮਿਲਾਉਣ ਵਾਲੇ ਵਿਗਿਆਨਿਕ ਲੋਕਾਂ ਤੋਂ ਨਹੀਂ ਆਉਂਦੀਆਂ। They come from the doubters and the rebel. ਉਹ ਸ਼ੱਕੀ ਅਤੇ ਬਾਗੀਆਂ ਤੋਂ ਆਉਂਦੀਆਂ ਹਨ। ਬੋਸ was by nature a rebel. ਬੋਸ ਨੇਚਰ ਤੋਂ ਰੈਬਲ ਸਨ, ਯਾਨੀ ਕਿ ਉਹਨਾਂ ਦਾ ਨੇਚਰ ਬਾਗੀ ਸਨ। He refused to touch any part of his salary for 3 years. ਉਸ ਨੇ 3 ਸਾਲਾਂ ਲਈ ਆਪਣੀ ਤਨਖਾਹ ਦੇ ਕਿਸੇ ਵੀ ਹਿੱਸੇ ਨੂੰ ਛੂਹਣ ਤੋਂ ਇਨਕਾਰ ਕਰ ਦਿੱਤਾ। It was a question of his self-respect, and he was not ready to give up on his principle. ਇਹ ਉਸ ਦੀ ਇੱਜ਼ਤ ਦਾ ਸਵਾਲ ਸੀ ਅਤੇ ਉਹ ਆਪਣੇ ਸਿਧਾਂਤਾਂ ਨੂੰ ਛੱਡਣ ਲਈ ਤਿਆਰ ਨਹੀਂ ਸੀ। In the end, the victory was his. ਅਖੀਰ ਵਿੱਚ ਜਿੱਤ ਉਸ ਦੀ ਹੋਈ। Bose now began the work which had made him famous all over the world. ਬੋਸ ਨੇ ਹੁਣ ਉਹ ਕੰਮ ਸ਼ੁਰੂ ਕੀਤਾ ਜਿਸ ਨੇ ਉਸ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੱਤਾ। He had, from boyhood, had been interested in animal and plant life, and now his work in physics led him to his old love. ਉਹ ਬਚਪਨ ਤੋਂ ਹੀ ਜਾਨਵਰਾਂ ਅਤੇ ਪੌਦਿਆਂ ਦੇ ਜੀਵਨ ਵਿੱਚ ਦਿਲਚਸਪੀ ਰੱਖਦਾ ਸੀ ਅਤੇ ਹੁਣ ਉਹ ਭੌਤਿਕ ਵਿਗਿਆਨ ਵਿੱਚ ਕੰਮ ਕਰ ਰਿਹਾ ਸੀ, ਜਿਸ ਨੇ ਉਸ ਨੂੰ ਪੁਰਾਣੇ ਪਿਆਰ ਵਿੱਚ ਵਾਪਸ ਲੈ ਗਿਆ। He had noticed that his wireless receiver showed signs of tiredness after it had been used for some time, but in some strange way got back its power after being rested. ਉਸ ਨੇ ਦੇਖਿਆ ਕਿ ਉਸ ਦੇ ਵਾਇਰਲੈਸ ਰਿਸੀਵਰ ਵਿੱਚ ਕੁਝ ਸਮੇਂ ਲਈ ਵਰਤਣ ਤੋਂ ਬਾਅਦ ਥਕਾਵਟ ਦੇ ਲੱਛਣ ਦਿਖਾਈ ਦਿੱਤੇ, ਪਰ ਆਰਾਮ ਕਰਨ ਤੋਂ ਬਾਅਦ ਕਿਸੇ ਅਜੀਬ ਤਰੀਕੇ ਨਾਲ ਇਸ ਦੀ ਪਾਵਰ ਵਾਪਸ ਆ ਗਈ। Here was the food for thought. ਇੱਥੇ ਵਿਚਾਰਨ ਲਈ ਭੋਜਨ ਸੀ, ਯਾਨੀ ਕਿ ਸੋਚਣ ਲਈ ਮਾਨਸਿਕ ਉਤੇਜਨਾ। The kind of thought from which great discoveries come. ਵਿਚਾਰ ਦੀ ਕਿਸਮ ਜਿਸ ਤੋਂ ਮਹਾਨ ਖੋਜਾਂ ਆਉਂਦੀਆਂ ਹਨ। Until the end of Middle Ages, the world was looked upon as one beautiful unity created by God. ਮੱਧ ਯੁੱਗ ਦੇ ਅੰਤ ਤੱਕ ਸੰਸਾਰ ਨੂੰ ਇੱਕ ਸੁੰਦਰ ਏਕਤਾ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ, ਜੋ ਪਰਮੇਸ਼ਵਰ ਦੁਆਰਾ ਬਣਾਈ ਗਈ ਸੀ। Man believed that everything in the world, from man to rocks and stones, had its place and purpose. ਮਨੁੱਖ ਵਿਸ਼ਵਾਸ ਕਰਦਾ ਸੀ ਕਿ ਸੰਸਾਰ ਵਿੱਚ ਹਰ ਚੀਜ਼, ਮਨੁੱਖ ਤੋਂ ਲੈ ਕੇ ਚੱਟਾਨਾਂ ਅਤੇ ਪੱਥਰਾਂ ਤੱਕ, ਉਹਨਾਂ ਦਾ ਸਥਾਨ ਅਤੇ ਉਦੇਸ਼ ਸੀ। ਭਾਵ ਇਹ ਹੈ ਕਿ ਸਜੀਵ ਅਤੇ ਨਿਰਜੀਵ ਚੀਜ਼ਾਂ ਨੂੰ ਮਹੱਤਵ ਦਿੱਤਾ ਗਿਆ ਸੀ। The discoveries of Galileo and Newton changed the world picture.
ਗੈਲੀਲੀਓ ਅਤੇ ਨਿਊਟਨ ਦੀਆਂ ਖੋਜਾਂ ਨੇ ਸੰਸਾਰ ਦੀ ਤਸਵੀਰ ਬਦਲ ਦਿੱਤੀ। Man began to study each branch of science separately with greater detail, and there developed several kinds of sciences. ਮਨੁੱਖ ਨੇ ਵਿਗਿਆਨ ਦੀ ਹਰ ਇੱਕ ਸ਼ਾਖਾ ਨੂੰ ਵੱਖਰੇ ਤੌਰ 'ਤੇ ਵਧੇਰੇ ਵਿਸਥਾਰ ਨਾਲ ਅਧਿਐਨ ਕਰਨਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਕਈ ਕਿਸਮਾਂ ਦੇ ਵਿਗਿਆਨ ਵਿਕਸਿਤ ਕੀਤੇ। Bose, however, recognized a unity among all these different branches of science. ਬੋਸ ਨੇ ਹਾਲਾਂਕਿ ਵਿਗਿਆਨ ਦੀਆਂ ਇਹਨਾਂ ਸਾਰੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਏਕਤਾ ਨੂੰ ਮਾਨਤਾ ਦਿੱਤੀ। He realized that there is a similarity in the behavior of lifeless and living things. ਉਸ ਨੇ ਮਹਿਸੂਸ ਕੀਤਾ ਕਿ ਬੇਜਾਨ ਅਤੇ ਜੀਵਿਤ ਚੀਜ਼ਾਂ ਦੇ ਵਿਵਹਾਰ ਵਿੱਚ ਸਮਾਨਤਾ ਹੈ। It was, however, not easy to convince others. ਹਾਲਾਂਕਿ ਦੂਜਿਆਂ ਨੂੰ ਯਕੀਨ ਦਿਵਾਉਣਾ ਆਸਾਨ ਨਹੀਂ ਸੀ। People hold on to their old beliefs and do not like to change them. ਲੋਕ ਆਪਣੇ ਪੁਰਾਣੇ ਵਿਸ਼ਵਾਸਾਂ ਨੂੰ ਫੜੀ ਰੱਖਦੇ ਹਨ ਅਤੇ ਉਹਨਾਂ ਨੂੰ ਬਦਲਣਾ ਪਸੰਦ ਨਹੀਂ ਕਰਦੇ ਹਨ। Bose suggested that the animal, vegetable and mineral kingdoms were one and had a great deal in common. ਬੋਸ ਨੇ ਸੁਝਾਅ ਦਿੱਤਾ ਕਿ ਜਾਨਵਰ, ਸਬਜ਼ੀਆਂ ਅਤੇ ਖਣਿਜਾਂ ਦੀ ਸ਼੍ਰੇਣੀ ਇੱਕ ਸੀ ਅਤੇ ਉਹਨਾਂ ਵਿੱਚ ਬਹੁਤ ਕੁਝ ਸਮਾਨ ਸੀ। He said that plants and metals had a life of their own and could become tired, depressed or happy. ਉਸ ਨੇ ਕਿਹਾ ਕਿ ਪੌਦਿਆਂ ਅਤੇ ਧਾਤਾਂ ਦਾ ਆਪਣਾ ਜੀਵਨ ਹੁੰਦਾ ਹੈ ਅਤੇ ਉਹ ਥੱਕੇ, ਉਦਾਸ ਜਾਂ ਖੁਸ਼ ਹੋ ਸਕਦੇ ਹਨ। People laughed at him. ਲੋਕ ਉਸ 'ਤੇ ਹੱਸੇ। They did not take him seriously. ਉਹਨਾਂ ਨੇ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ। Bose knew he was right and proved it. ਬੋਸ ਨੂੰ ਪਤਾ ਸੀ ਕਿ ਉਹ ਸਹੀ ਸੀ ਅਤੇ ਉਸ ਨੇ ਸਾਬਿਤ ਕਰ ਦਿੱਤਾ। To begin with, he designed and built a machine which recorded his findings with maximum exactness. ਸ਼ੁਰੂ ਕਰਨ ਲਈ ਉਸ ਨੇ ਇੱਕ ਮਸ਼ੀਨ ਨੂੰ ਡਿਜ਼ਾਈਨ ਕੀਤਾ ਅਤੇ ਬਣਾਇਆ ਜੋ ਉਸ ਦੀਆਂ ਖੋਜਾਂ ਨੂੰ ਵੱਧ ਤੋਂ ਵੱਧ ਨਿਸ਼ਚਿਤਤਾ ਨਾਲ ਰਿਕਾਰਡ ਕਰਦਾ ਹੈ। This was the crescograph, the amazing instrument which records the growth of plants. ਇਹ ਕ੍ਰੈਸਕੋਗ੍ਰਾਫ ਸੀ, ਉਹ ਅਦਭੁਤ ਯੰਤਰ ਜੋ ਪੌਦਿਆਂ ਦੇ ਵਾਧੇ ਨੂੰ ਰਿਕਾਰਡ ਕਰਦਾ ਹੈ। It magnifies the movement of plant tissues 10,000 times and can record the reaction of plants to manures, noise and other stimuli. ਇਹ ਪੌਦਿਆਂ ਦੇ ਟਿਸ਼ੂਆਂ ਦੀ ਗਤੀ ਨੂੰ 10,000 ਵਾਰ ਵੱਡਾ ਬਣਾਉਂਦਾ ਹੈ ਅਤੇ ਖਾਦ, ਸ਼ੋਰ ਅਤੇ ਹੋਰ ਉਤੇਜਨਾ ਪ੍ਰਤੀ ਪੌਦਿਆਂ ਦੀ ਪ੍ਰਤੀਕਿਰਿਆ ਨੂੰ ਰਿਕਾਰਡ ਕਰ ਸਕਦਾ ਹੈ। The crescograph proved that Bose had not been wrong. ਕ੍ਰੈਸਕੋਗ੍ਰਾਫ ਨੇ ਸਾਬਿਤ ਕੀਤਾ ਕਿ ਬੋਸ ਗਲਤ ਨਹੀਂ ਸੀ। It showed that plants have hearts and are capable of feeling. ਇਹ ਦਰਸਾਉਂਦਾ ਹੈ ਕਿ ਪੌਦਿਆਂ ਦੇ ਦਿਲ ਹੁੰਦੇ ਹਨ ਅਤੇ ਉਹ ਭਾਵਨਾਵਾਂ ਦੇ ਸਮਰਥ ਹੁੰਦੇ ਹਨ। The crescograph indicated that plants have a keen sight and react to rays of light and wireless waves. ਕ੍ਰੈਸਕੋਗ੍ਰਾਫ ਨੇ ਸੰਕੇਤ ਦਿੱਤਾ ਕਿ ਪੌਦਿਆਂ ਦੀ ਡੂੰਘੀ ਨਜ਼ਰ ਹੁੰਦੀ ਹੈ ਅਤੇ ਉਹ ਪ੍ਰਕਾਸ਼ ਦੀਆਂ ਕਿਰਨਾਂ ਅਤੇ ਬੇਤਾਰ ਤਰੰਗਾਂ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ। The machine proved that plants have a special sense which tells them of the approach of a stranger. ਮਸ਼ੀਨ ਨੇ ਸਾਬਤ ਕੀਤਾ ਕਿ ਪੌਦਿਆਂ ਦੀ ਇੱਕ ਵਿਸ਼ੇਸ਼ ਸੂਝ ਹੁੰਦੀ ਹੈ ਜੋ ਉਹਨਾਂ ਨੂੰ ਕਿਸੇ ਅਜਨਬੀ ਦੇ ਪਹੁੰਚ ਬਾਰੇ ਦੱਸਦੀ ਹੈ। The story of this great scientist will not be complete without some mention of his concern for India and her people. ਇਸ ਮਹਾਨ ਵਿਗਿਆਨੀ ਦੀ ਕਹਾਣੀ ਭਾਰਤ ਅਤੇ ਉਸ ਦੇ ਲੋਕਾਂ ਲਈ ਉਸ ਦੀ ਚਿੰਤਾ ਦੇ ਕੁਝ ਜ਼ਿਕਰ ਤੋਂ ਬਿਨਾਂ ਪੂਰੀ ਨਹੀਂ ਹੋਵੇਗੀ। He had deep faith in the intelligence of his countrymen. ਉਸ ਨੂੰ ਆਪਣੇ ਦੇਸ਼ ਵਾਸੀਆਂ ਦੀ ਬੁੱਧੀ 'ਤੇ ਭਰੋਸਾ ਸੀ। Bose was certain that they were capable of doing great things today as their ancestors had done in the past. ਬੋਸ ਨੂੰ ਯਕੀਨ ਸੀ ਕਿ ਉਹ ਅੱਜ ਵੀ ਮਹਾਨ ਕੰਮ ਕਰਨ ਦੇ ਸਮਰਥ ਹਨ ਜਿਵੇਂ ਕਿ ਉਹਨਾਂ ਦੇ ਪੁਰਖਿਆਂ ਨੇ ਅਤੀਤ ਵਿੱਚ ਕੀਤਾ ਸੀ। In an address
At the convocation of the University of Mysore in November 1927, Sir Jagdish Chandra Bose spoke about India's glory in the past and declared it was action and not idleness that was responsible for that glory. ਨਵੰਬਰ 1927 ਵਿੱਚ ਮੈਸੂਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਇੱਕ ਸੰਬੋਧਨ ਵਿੱਚ ਸਰ ਜਗਦੀਸ਼ ਚੰਦਰ ਬੋਸ ਨੇ ਅਤੀਤ ਵਿੱਚ ਭਾਰਤ ਦੀ ਸ਼ਾਨ ਬਾਰੇ ਗੱਲ ਕੀਤੀ ਅਤੇ ਘੋਸ਼ਣਾ ਕੀਤੀ ਕਿ ਇਹ ਕਾਰਜ ਯਾਨੀ ਕਿ ਕੰਮ ਕਰਨਾ ਸੀ, ਨਾ ਕਿ ਆਲਸ ਸੀ ਜੋ ਕਿ ਉਸ ਮਹਿਮਾ ਲਈ ਜ਼ਿੰਮੇਦਾਰ ਸੀ। He believed that there could be no happiness for a single person unless it had been one for all. ਉਹ ਮੰਨਦਾ ਸੀ ਕਿ ਕਿਸੇ ਇੱਕ ਵਿਅਕਤੀ ਲਈ ਕੋਈ ਖੁਸ਼ੀ ਨਹੀਂ ਹੋ ਸਕਦੀ ਜਦੋਂ ਤੱਕ ਕਿ ਇਹ ਸਾਰਿਆਂ ਲਈ ਨਹੀਂ ਜਿੱਤੀ ਜਾਂਦੀ। ਭਾਵ ਅਸਲ ਖੁਸ਼ੀ ਇਹ ਹੈ ਕਿ ਹਰ ਕੋਈ ਖੁਸ਼ ਹੋਵੇ। And this great scientist wanted his countrymen to have undying hope and faith in the future. ਅਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀ ਕਿ ਉਸ ਦੇ ਦੇਸ਼ ਵਾਸੀਆਂ ਨੂੰ ਭਵਿੱਖ ਵਿੱਚ ਅਟੁੱਟ ਬੇਅੰਤ ਉਮੀਦ ਅਤੇ ਵਿਸ਼ਵਾਸ ਹੋਵੇ। ਇਹ ਸੀ ਪਾਠ ਨੰਬਰ 2 ਪਲਾਨਸ ਆਲਸੋ ਬਰੀਥ ਐਂਡ ਫੀਲ ਦੀ ਰੀਡਿੰਗ ਅਤੇ ਐਕਸਪਲੇਨੇਸ਼ਨ ਫॉर ਕੁਐਸਚਨਸ ਐਂਡ ਬੈਕ ਐਕਸਰਸਾਈਜ਼। ਪਲੀਜ਼ ਤੁਸੀਂ ਸਾਡਾ ਵੀਡੀਓ ਦੇਖ ਸਕਦੇ ਹੋ ਸਾਡੇ ਚੈਨਲ ਵਿੱਚ ਜਾ ਕੇ। ਥੈਂਕ ਯੂ ਵੈਰੀ ਮਚ ਐਵਰੀਵਨ।